God can speak. I have given you examples. ਖੁਦਾ ਬੋਲ ਸਕਦਾ ਹੈ, ਮੈਂ ਤੁਹਾਨੂੰ ਉਦਾਹਰਨਾਂ ਦਿੱਤੀਆਂ ਹਨ। And God can write. ਅਤੇ ਖੁਦਾ ਲਿਖ ਸਕਦਾ ਹੈ। Yes. ਫਿਰ ਉਸਨੇ ਮੂਸਾ ਨੂੰ ਜਦ ਉਸ ਨਾਲ ਗੱਲਾਂ ਕਰ ਚੁੱਕਿਆ ਤਾਂ ਸਿੰਨੀ ਪਹਾੜ ਉੱਤੇ ਸਾਖੀ ਦੀਆਂ ਦੋਵੇਂ ਫੱਟੀਆਂ ਅਰਥਾਤ ਪੱਥਰ ਦੀਆਂ ਫੱਟੀਆਂ ਖੁਦਾ ਦੀ ਉਂਗਲੀ ਨਾਲ ਲਿਖੀਆਂ ਹੋਈਆਂ ਦਿੱਤੀਆਂ। Who wrote this? ਕਿਸ ਨੇ ਇਸ ਨੂੰ ਲਿਖਿਆ? With the finger of God. ਖੁਦਾ ਨੇ ਆਪਣੀ ਉਂਗਲ ਦੇ ਨਾਲ। That means God can write. ਇਸ ਦਾ ਮਤਲਬ ਖੁਦਾ ਲਿਖ ਸਕਦਾ ਹੈ। This is a proof. ਇਹ ਹੈ ਇੱਕ ਸਬੂਤ। But you say this is written by Isaiah, Jeremiah, Daniel and other prophets. ਪਰ ਤੁਸੀਂ ਕਹਿੰਦੇ ਹੋ ਇਹ ਤਾਂ ਯਸ਼ਾਇਆ ਨੇ, ਯਰਮੀਆ ਨੇ, ਦਾਊਦ ਨੇ ਅਤੇ ਹੋਰ ਨਬੀਆਂ ਨੇ ਇਸ ਨੂੰ ਲਿਖਿਆ ਹੈ। Yeah, he used men. ਹਾਂ, ਉਸਨੇ ਮਨੁੱਖਾਂ ਦਾ ਇਸਤੇਮਾਲ ਕੀਤਾ। But those men were not writer. ਪਰ ਉਹ ਮਨੁੱਖ ਲੇਖਕ ਨਹੀਂ ਸਨ। God was writing through them. ਖੁਦਾ ਉਹਨਾਂ ਦੇ ਵਿੱਚੋਂ ਦੀ ਹੋ ਕੇ ਲਿਖ ਰਿਹਾ ਸੀ। Historian says that first 5 books are written by Moses. ਜੋ ਇਤਿਹਾਸਕ ਹਨ ਉਹ ਆਖਦੇ ਹਨ ਕਿ ਪਹਿਲੀਆਂ ਬਾਈਬਲ ਦੀਆਂ 5 ਕਿਤਾਬਾਂ ਮੂਸਾ ਦੁਆਰਾ ਲਿਖੀਆਂ ਗਈਆਂ। But Bible says ਪਰ ਬਾਈਬਲ ਆਖਦੀ ਹੈ it was God writing. ਇਹ ਖੁਦਾ ਸੀ ਜੋ ਲਿਖ ਰਿਹਾ ਸੀ। God wrote 10 commandments. ਖੁਦਾ ਨੇ 10 ਹੁਕਮ ਲਿਖੇ। Yeah. But literally who was writer? ਪਰ ਅਸਲ ਵਿੱਚ ਕੌਣ ਸੀ ਉਹ ਲੇਖਕ? It was written by Moses. ਇਹ ਮੂਸਾ ਦੁਆਰਾ ਲਿਖਿਆ But ਗਿਆ। Bible says ਪਰ ਬਾਈਬਲ ਆਖਦੀ ਹੈ God was writing through Moses. ਖੁਦਾ ਮੂਸਾ ਦੇ ਵਿੱਚੋਂ ਦੀ ਇਸ ਨੂੰ ਲਿਖ ਰਿਹਾ ਸੀ। And Moses cannot identify himself as a writer. ਅਤੇ ਮੂਸਾ ਇਹ ਨਹੀਂ ਕਹਿ ਸਕਦਾ ਕਿ ਮੈਂ ਲੇਖਕ ਹਾਂ। It was God who was writing this book. ਇਹ ਖੁਦਾ ਸੀ ਜੋ ਇਸ ਕਿਤਾਬ ਨੂੰ ਲਿਖ ਰਿਹਾ ਸੀ। I want to tell you something. ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ। God can write. ਖੁਦਾ ਲਿਖ ਸਕਦਾ ਹੈ। When the son of Nebuchadnezzar, ਜਦੋਂ ਨਬੂਕਦਨਜ਼ਰ ਦੇ ਮੁੰਡੇ ਨੇ, his name is Belshazzar, ਉਸ ਦਾ ਨਾਮ ਸੀ ਬੇਲਸ਼ਸਰ, who held a feast, ਜਿਸ ਨੇ ਇੱਕ ਪਰਬ ਠਹਿਰਾਇਆ, ਇੱਕ ਪਰਬ ਮਨਾਇਆ, and he invited all his leaders and chief ministers. ਉਸਨੇ ਕੁਝ ਲੀਡਰਾਂ ਨੂੰ ਜੋ ਵੱਡੇ ਦਰਜੇ ਦੇ ਲੋਕ ਸਨ ਉਹਨਾਂ ਨੂੰ ਇਨਵਾਈਟ ਕੀਤਾ, ਬੁਲਾਇਆ। And he settled a feast for them. ਉਸਨੇ ਉਹਨਾਂ ਲਈ ਕੁਝ ਖਾਣ ਦੀਆਂ ਵਸਤਾਂ ਬਣਾਈਆਂ ਅਤੇ ਇੱਕ ਪਰਬ ਰੱਖਿਆ। ਇੱਕ ਪਰਬ ਰੱਖਿਆ। ਇੱਕ ਪਾਰਟੀ। ਇੱਕ ਪਾਰਟੀ ਦੀ ਤਰ੍ਹਾਂ। And you know, they were drinking wine in some important vessels. ਅਤੇ ਤੁਸੀਂ Imported. ਅਤੇ ਤੁਸੀਂ ਜਾਣਦੇ ਹੋ ਉਹ ਮੈਂ ਪੀਰੇ ਸਨ ਕੁਝ ਭਾਂਡਿਆਂ ਵਿੱਚੋਂ ਜੋ ਬਾਹਰੋਂ ਲਿਆਏ ਗਏ ਸਨ। And he gathered his wives and concubines and princes and all other peoples. ਅਤੇ ਉਸਨੇ ਆਪਣੀ ਪਤਨੀਆਂ ਨੂੰ, ਆਪਣੀ ਰਖੇਲ ਅਤੇ ਰਾਜਕੁਮਾਰੀਆਂ ਨੂੰ ਬੁਲਾਇਆ, ਇਕੱਠਾ ਕੀਤਾ, So that he may enjoy the feast. ਤਾਂ ਕਿ ਉਹ ਉਸ ਪਰਬ ਵਿੱਚ ਖੁਸ਼ੀਆਂ ਮਨਾ ਸਕਣ, ਆਨੰਦ ਕਰ ਸਕਣ। And all of a sudden he remembered the vessels which were taken from the house of God. ਅਤੇ ਇੱਕਦਮ ਉਸ ਨੂੰ ਇਹ ਯਾਦ ਆਇਆ ਉਹਨਾਂ ਭਾਂਡਿਆਂ ਬਾਰੇ ਜੋ ਖੁਦਾ ਦੀ ਹੈਕਲ ਵਿੱਚੋਂ ਲਿਆਏ ਗਏ ਸਨ। And he asked those vessels ਅਤੇ ਉਸਨੇ ਉਹਨਾਂ ਭਾਂਡਿਆਂ ਨੂੰ ਮੰਗਵਾਇਆ and started to drink in those vessels. ਅਤੇ ਉਹਨਾਂ ਭਾਂਡਿਆਂ ਵਿੱਚ ਮੈਂ ਪੀਣੀ ਸ਼ੁਰੂ ਕੀਤੀ। And they were enjoying. ਅਤੇ ਉਹ ਆਨੰਦ ਮਨਾ ਰਹੇ ਸਨ। They were dancing ਉਹ ਨੱਚ ਰਹੇ ਸਨ। in the evening time. ਅਤੇ ਸ਼ਾਮਾਂ ਦੇ ਵੇਲੇ All of a sudden, ਇੱਕਦਮ you heard only evening time, but I am going to that point. ਤੁਸੀਂ ਸਿਰਫ ਸ਼ਾਮਾਂ ਦਾ ਵੇਲਾ ਸੁਣਿਆ ਪਰ ਮੈਂ ਉਸ ਪੁਆਇੰਟ ਵਿੱਚ ਹਲੇ ਜਾ ਰਿਹਾ ਹਾਂ। Listen carefully. ਹੁਣ ਧਿਆਨ ਨਾਲ ਸੁਣੋ। In the evening time, ਸ਼ਾਮਾਂ ਦੇ ਵੇਲੇ when they were drinking, ਜਦੋਂ ਉਹ ਪੀ ਰਹੇ ਸਨ, all of a sudden ਇੱਕਦਮ a hand came ਇੱਕ ਹੱਥ ਆ ਗਿਆ and started to write on the wall. ਅਤੇ ਇੱਕ ਦੀਵਾਰ ਉੱਤੇ ਉਸਨੇ ਲਿਖਣਾ ਸ਼ੁਰੂ ਕੀਤਾ। And he wrote it and went away. ਅਤੇ ਉਸਨੇ ਉਸ ਨੂੰ ਲਿਖਿਆ ਅਤੇ ਫਿਰ ਉਹ ਚਲਾ ਗਿਆ। And Bible says ਅਤੇ ਬਾਈਬਲ ਆਖਦੀ ਹੈ the countenance of king was changed.
ਚਿਹਰੇ ਦੀ ਨਿਹਾਰ ਬਦਲ ਗਈ। ਉਸ ਰਾਜੇ ਦੇ ਚਿਹਰੇ ਦੀ ਨਿਹਾਰ ਬਦਲ ਗਈ। Countenance of the face of king was changed. ਰਾਜੇ ਦੇ ਚਿਹਰੇ ਦੀ ਨਿਹਾਰ ਬਦਲ ਗਈ। He felt weak. ਹੁਣ ਉਹ ਕਮਜ਼ੋਰ ਮਹਿਸੂਸ ਕਰ ਰਿਹਾ ਸੀ। His knees were shivering. ਹੁਣ ਉਸ ਦੇ ਗੋਡੇ ਆਪਸ 'ਚ ਭਿੜ ਰਹੇ ਸਨ, His ਹਿੱਲ ਰਹੇ ਸਨ। strength was gone. ਉਸ ਦੀ ਸਾਰੀ ਤਾਕਤ ਉਸ ਵਿੱਚੋਂ ਚਲੀ ਗਈ। What kind of hand it came and write this? ਇਹ ਕਿਸ ਤਰ੍ਹਾਂ ਦਾ ਹੱਥ ਸੀ ਜੋ ਆਇਆ ਤੇ ਦੀਵਾਰ ਤੇ ਲਿਖਣ ਲੱਗ ਗਿਆ? And he started to invite astrologers. ਅਤੇ ਉਸਨੇ ਉਹਨਾਂ ਧਰਮ ਸ਼ਾਸਤਰੀਆਂ ਜੋ ਤਾਰਿਆਂ ਦਾ ਗਿਆਨ ਰੱਖਦੇ ਹਨ ਉਹਨਾਂ ਨੂੰ ਬੁਲਾਉਣਾ ਸ਼ੁਰੂ ਕੀਤਾ। He invited Chaldeans, ਕਸਦੀਆਂ ਨੂੰ, ਉਸਨੇ 4 ਕਸਦੀਆਂ ਨੂੰ ਬੁਲਾਇਆ। and all the prudent men and wise men which were in his kingdom. ਅਤੇ ਸਾਰੇ ਪੜ੍ਹੇ ਲਿਖੇ ਗਿਆਨ ਰੱਖਣ ਵਾਲੇ ਜੋ ਵਿਅਕਤੀ ਸਨ ਉਸਦੇ ਰਾਜ ਵਿੱਚ, He invited them. ਉਸਨੇ ਉਹਨਾਂ ਸਾਰਿਆਂ ਨੂੰ ਬੁਲਾ ਲਿਆ। Listen carefully. ਹੁਣ ਧਿਆਨ ਨਾਲ ਸੁਣੋ। And he asked them to interpret the word which was written on the wall. ਅਤੇ ਉਸਨੇ ਉਹਨਾਂ ਗਿਆਨੀਆਂ ਨੂੰ ਆਖਿਆ ਕਿ ਉਸ ਦੀਵਾਰ ਉਤੇ ਲਿਖੇ ਗਏ ਸ਼ਬਦਾਂ ਦਾ ਅਨੁਵਾਦ ਕਰ। But I have told you, ਪਰ ਮੈਂ ਤੁਹਾਨੂੰ ਦੱਸਿਆ the things which God writes, ਉਹ ਚੀਜ਼ਾਂ ਜੋ ਖੁਦਾ ਲਿਖਦਾ ਹੈ man has no ability and right to interpret it. ਲੋਕਾਂ ਕੋਲੇ ਯੋਗਤਾ ਨਹੀਂ ਕਿਸੇ ਵੀ ਮਨੁੱਖ ਖੋਲ ਕੇ ਉਸ ਦਾ ਅਨੁਵਾਦ ਕਰ ਸਕਣ। Yes, no one can interpret it. ਕੋਈ ਵੀ ਇਸ ਦੀ ਵਿਆਖਿਆ ਨਹੀਂ ਕਰ ਸਕਦਾ। He invited astrologers, ਉਸਨੇ ਜੋਤਸ਼ੀਆਂ ਨੂੰ ਬੁਲਾਇਆ, foretellers, ਉਹਨਾਂ ਭਵਿੱਖ ਅਗਮ ਗਿਆਨ, ਅਗੰਮਵਾ ਕਰਨ ਵਾਲਿਆਂ ਨੂੰ, invited Chaldeans, ਉਸਨੇ ਕਸਦੀਆਂ ਨੂੰ ਬੁਲਾਇਆ, and all the wise men in his kingdom. ਅਤੇ ਸਾਰੇ ਗਿਆਨ ਰੱਖਣ ਵਾਲੇ ਮਨੁੱਖਾਂ ਨੂੰ। Are you hearing me? ਕੀ ਤੁਸੀਂ ਸੁਣ ਰਹੇ ਹੋ? No one was able to interpret those lines ਕਿਸੇ ਕੋਲ ਵੀ ਇਹ ਯੋਗਤਾ ਨਹੀਂ ਸੀ ਕਿ ਉਹਨਾਂ ਸ਼ਬਦਾਂ ਦੀ ਵਿਆਖਿਆ ਕਰ ਸਕਣ, because that was God's writing. ਕਿਉਂਕਿ ਇਹ ਖੁਦਾ ਵੱਲੋਂ ਲਿਖਿਆ ਗਿਆ ਸੀ। God's writing cannot be interpreted by man. ਖੁਦਾ ਦੀ ਲਿਖਤ ਮਨੁੱਖਾਂ ਦੁਆਰਾ ਉਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। Bible says ਬਾਈਬਲ ਆਖਦੀ ਹੈ God is his own interpreter. ਖੁਦਾ ਖੁਦ ਦਾ ਅਨੁਵਾਦਕ ਹੈ। Yes, Brother Branham said it clearly. ਭਾਈ ਬ੍ਰਾਨਮ ਨੇ ਸਾਫ਼ ਤੌਰ ਤੇ ਇਹ ਆਖਿਆ, No one can interpret his word. ਕੋਈ ਵੀ ਉਸ ਦੇ ਵਚਨ ਦਾ ਅਨੁਵਾਦ ਨਹੀਂ ਕਰ ਸਕਦਾ। God is his own interpreter. ਖੁਦਾ ਖੁਦ ਦਾ ਅਨੁਵਾਦਕ ਖੁਦ ਹੈ। Do you believe that? ਕੀ ਤੁਸੀਂ ਇਸ ਦਾ ਵਿਸ਼ਵਾਸ ਕਰਦੇ ਹੋ? I want you to understand this. ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਨੂੰ ਸਮਝੋ। The words were written on the wall. ਦੀਵਾਰ ਉਤੇ ਉਹ ਸ਼ਬਦ ਲਿਖੇ ਗਏ। All the wise men and astrologers have come, ਸਾਰੇ ਗਿਆਨੀ ਅਤੇ ਜੋਤਸ਼ੀ ਇਕੱਠੇ ਹੋ ਗਏ and they stood before the wall ਅਤੇ ਉਹ ਦੀਵਾਰ ਦੇ ਅੱਗੇ ਖੜੇ ਹੋਏ watching. ਦੇਖ ਰਹੇ ਹਨ। King is saying, ਹੁਣ ਰਾਜਾ ਕਹਿੰਦਾ, what is this? ਇਹ ਕੀ ਹੈ? We don't know. ਸਾਨੂੰ ਨਹੀਂ ਪਤਾ। What is that? ਇਹ ਕੀ ਹੈ? We don't know. ਸਾਨੂੰ ਨਹੀਂ ਪਤਾ। When astrologer denied, ਜਦੋਂ ਜੋਤਸ਼ੀਆਂ ਨੇ ਮਨਾ ਕਰ ਦਿੱਤਾ king got more weak. ਤਾਂ ਰਾਜਾ ਹੋਰ ਕਮਜ਼ੋਰ ਹੋ ਗਿਆ। He said, who will translate it? ਉਸਨੇ ਕਿਹਾ, ਕੌਣ ਇਸ ਦਾ ਅਨੁਵਾਦ ਕਰ ਸਕੇਗਾ? What will be this writing? ਇਹ ਕੀ ਹੋ ਸਕਦਾ ਹੈ ਜੋ ਇੱਥੇ ਲਿਖਿਆ ਗਿਆ? Who will tell me? ਹੁਣ ਮੈਨੂੰ ਕੌਣ ਦੱਸੇਗਾ? He was very astonished, ਹੁਣ ਉਹ ਬਹੁਤ ਹੈਰਾਨ ਹੋ ਗਿਆ। and he was troubled fully. ਹੁਣ ਉਹ ਮੁਸ਼ਕਿਲ ਵਿੱਚ ਪੈ ਗਿਆ। Are you understanding me? ਕੀ ਤੁਸੀਂ ਸਮਝ ਰਹੇ ਹੋ? Bible says, ਬਾਈਬਲ ਆਖਦੀ ਹੈ, all of a sudden ਇੱਕਦਮ his grandmother came, ਉਸ ਦੀ ਦਾਦੀ ਆ ਗਈ, queen came, ਰਾਣੀ ਆ ਗਈ and came and said, ਅਤੇ ਉਸਨੇ ਆ ਕੇ ਕਿਹਾ, hail the king. ਰਾਜਾ ਮੁਬਾਰਕ ਹੋਵੇ। And she said, long live the king. ਉਸਨੇ ਕਿਹਾ, ਰਾਜਾ ਜਿਉਂਦਾ ਰਹੇ। Why you are so troubled? ਤੂੰ ਕਿਉਂ ਇੰਨੀ ਮੁਸ਼ਕਿਲ ਵਿੱਚ ਪਿਆ ਹੈ? He said, ਉਸਨੇ ਕਿਹਾ, because of this writing.
ਇਸ ਲਿਖਤ ਦੇ ਕਾਰਨ No one is able to understand it. ਕੋਈ ਵੀ ਇਸ ਨੂੰ ਸਮਝ ਨਹੀਂ ਪਾ ਰਿਹਾ, No one is able to interpret it. ਕੋਈ ਵੀ ਇਸ ਦਾ ਅਨੁਵਾਦ ਨਹੀਂ ਕਰ ਪਾ I ਰਿਹਾ। am so troubled. ਮੈਂ ਬਹੁਤ ਮੁਸ਼ਕਿਲ ਵਿੱਚ ਹਾਂ। Queen said, ਉਸ ਰਾਣੀ ਨੇ ਕਿਹਾ, don't worry. ਚਿੰਤਾ ਨਾ ਕਰ, There is a man. ਉੱਥੇ ਇੱਕ ਵਿਅਕਤੀ ਹੈ, There is a man ਇੱਥੇ ਇੱਕ ਵਿਅਕਤੀ ਹੈ from your father's days. ਤੇਰੇ ਪਿਤਾ ਦੇ ਦਿਨਾਂ ਤੋਂ, He is from the Jews. ਉਹ ਯਹੂਦੀਆਂ ਵਿੱਚੋਂ ਹੈ And his name is Daniel. ਅਤੇ ਉਸ ਦਾ ਨਾਮ ਹੈ ਦਾਨੀਏਲ। And the queen said, ਅਤੇ ਰਾਣੀ ਨੇ ਕਿਹਾ, in him ਉਸ ਦੇ ਵਿੱਚ there is spirit of God. ਖੁਦਾ ਦਾ ਆਤਮਾ ਠਹਿਰਦਾ ਹੈ। In Daniel ਦਾਨੀਏਲ ਦੇ ਵਿੱਚ there is spirit of God. ਖੁਦਾ ਦਾ ਆਤਮਾ ਹੈ। You invite him. ਤੂੰ ਉਸ ਨੂੰ ਬੁਲਾ ਲੈ। And you know, ਅਤੇ ਤੁਸੀਂ ਜਾਣਦੇ ਹੋ, when Daniel was invited ਜਦੋਂ ਦਾਊਦ ਨੂੰ ਦਾਨੀਏਲ ਨੂੰ ਬੁਲਾਇਆ ਗਿਆ and king took Daniel before that wall, ਅਤੇ ਰਾਜਾ ਦਾਨੀਏਲ ਨੂੰ ਉਸ ਦੀਵਾਰ ਦੇ ਅੱਗੇ ਲੈ ਗਿਆ, and when Daniel saw that writing, ਅਤੇ ਜਦੋਂ ਦਾਨੀਏਲ ਨੇ ਦੇਖਿਆ ਉੱਥੇ ਜੋ ਲਿਖਿਆ ਸੀ, you know, instantly ਤੁਸੀਂ ਜਾਣਦੇ ਹੋ, ਇੱਕਦਮ Daniel first read it comfortably. ਦਾਨੀਏਲ ਨੇ ਪਹਿਲਾਂ ਤਾਂ ਬੜੇ ਆਰਾਮ ਨਾਲ ਉਸ ਨੂੰ ਪੜ੍ਹ ਲਿਆ। King asked, what is written? ਰਾਜੇ ਨੇ ਪੁੱਛਿਆ ਕਿ ਕੀ ਲਿਖਿਆ ਗਿਆ ਹੈ। He said, mane mane tekel ਉਸਨੇ ufarsin. ਕਿਹਾ, ਮਨੇ ਮਨੇ ਤਕੇਲ ਓਫਰਸੀਨ। You know why Daniel could interpret it. ਤੁਸੀਂ ਜਾਣਦੇ ਹੋ ਕਿ ਦਾਨੀਏਲ ਕਿਉਂ ਇਸ ਦੀ ਵਿਆਖਿਆ ਕਰ ਸਕਿਆ। The same hand which was writing on the wall ਉਹੀ ਹੱਥ ਜੋ ਦੀਵਾਰ ਉਤੇ ਲਿਖ ਰਿਹਾ ਸੀ, that God whose hand was that, ਉਹ ਖੁਦਾ ਜਿਸ ਦਾ ਹੱਥ ਉੱਥੇ ਸੀ, the same God was in Daniel. ਉਹੀ ਖੁਦਾ ਦਾਨੀਏਲ ਦੇ ਵਿੱਚ ਸੀ।